ਤੁਸੀਂ ਕੁਝ ਆਕ੍ਰਿਤੀਆਂ ਦੇਖ ਰਹੇ ਹੋ। ਕੀ ਤੁਸੀਂ ਦੇਖ ਕੇ ਦੱਸ ਸਕਦੇ ਹੋ ਇਹ ਕਿਹੋ ਜਿਹੀਆਂ ਆਕ੍ਰਿਤੀਆਂ ਹਨ? ਜੀ ਹਾਂ, ਇਹ ਤਿੰਨ ਭੁਜਾਵਾਂ ਦੀਆਂ ਬੰਦ ਆਕ੍ਰਿਤੀਆਂ ਹਨ ਤਾਂ ਇਹਨਾਂ ਨੂੰ ਅਸੀਂ ਤ੍ਰਿਭੁਜ ਬੋਲਦੇ ਹਾਂ। ਪਿਆਰੇ ਬੱਚਿਓ, ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤਾਸ਼ ਦੇ ਪੱਤਿਆਂ ਬਾਰੇ ਤਾਂ ਸੁਣਿਆ ਹੀ ਹੋਣਾ ਔਰ ਦੇਖੇ ਵੀ ਹੋਣੇ। ਤੁਸੀਂ ਦੇਖਿਆ ਹੋਣਾ ਕਿ ਤਾਸ਼ ਦੇ ਪੱਤੇ ਇੱਕ ਦੂਜੇ ਨੂੰ ਪੂਰਾ ਢੱਕ ਲੈਂਦੇ ਹਨ। ਇਸ ਦਾ ਮਤਲਬ ਇਹਨਾਂ ਦਾ ਆਕਾਰ ਅਤੇ ਮਾਪ ਦੋਨੋਂ ਕੀ ਹੁੰਦਾ ਹੈ? ਬਰਾਬਰ ਹੁੰਦਾ ਹੈ। ਅਜਿਹੀਆਂ ਆਕ੍ਰਿਤੀਆਂ ਨੂੰ ਅਸੀਂ ਸਰਬੰਗ ਸਮ ਆਕ੍ਰਿਤੀਆਂ ਬੋਲਦੇ ਹਾਂ। ਤੁਸੀਂ ਨੋਟ ਵੀ ਦੇਖੇ ਹੋਣਗੇ, 1 ਰੁਪਏ ਦਾ ਨੋਟ ਤੇ 50 ਦਾ ਨੋਟ। ਤੁਸੀਂ ਜੇ ਦੇਖੋਗੇ ਤਾਂ ਤੁਹਾਨੂੰ ਸਾਫ਼ ਦਿਖੇਗਾ ਕਿ 1 ਰੁਪਏ ਦਾ ਨੋਟ 50 ਰੁਪਏ ਦੇ ਨੋਟ ਨੂੰ ਢੱਕ ਨਹੀਂ ਸਕਦਾ, ਪਰ 50 ਦਾ ਨੋਟ 1 ਰੁਪਏ ਦੇ ਨੋਟ ਨੂੰ ਢੱਕ ਸਕਦਾ ਹੈ। ਇਸ ਦਾ ਮਤਲਬ ਇਹਨਾਂ ਦੇ ਸਾਰੇ ਅੰਗ ਸਮਾਨ ਨਹੀਂ ਹਨ। ਰੂਪ ਦੇਖਣ ਨੂੰ ਇੱਕੋ ਜਿਹਾ ਲੱਗ ਰਿਹਾ ਹੈ ਪਰ ਅੰਗ ਸਮਾਨ ਨਹੀਂ ਹਨ, ਤਾਂ ਇਸ ਲਈ ਅਸੀਂ ਇਹਨਾਂ ਨੂੰ ਸਰਬੰਗ ਸਮ ਨਹੀਂ ਕਹਿ ਸਕਦੇ। ਇਸ ਦਾ ਮਤਲਬ ਸਰਬੰਗ ਸਮ ਆਕ੍ਰਿਤੀਆਂ ਉਹ ਆਕ੍ਰਿਤੀਆਂ ਹੁੰਦੀਆਂ ਹਨ ਜੋ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ। ਉਹ ਸਰਬੰਗ ਸਮ ਆਕ੍ਰਿਤੀਆਂ ਕਹਾਉਂਦੀਆਂ ਹਨ। ਜਿਵੇਂ ਅਸੀਂ ਪਿਛਲੀ ਉਦਾਹਰਨ ਦੇ ਵਿੱਚ ਤਾਸ਼ ਦੇ ਪੱਤਿਆਂ ਦੀ ਗੱਲ ਕਰੀ ਸੀ, ਜਿਹੜੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਹਨ। ਤਾਂ ਬੱਚਿਓ, ਤੁਹਾਨੂੰ ਦੋ ਕਲੌਕ ਦਿਖ ਰਹੇ ਹਨ। ਦੇਖਣ ਦੇ ਵਿੱਚ ਕਲੌਕ ਇੱਕੋ ਜਿਹੇ ਲੱਗ ਰਹੇ ਹਨ, ਆਕਾਰ ਸਮਾਨ ਹੈ ਪਰ ਮਾਪ ਵੱਡਾ ਛੋਟਾ ਹੈ। ਇਸ ਤਰ੍ਹਾਂ ਹੀ ਦੋ ਨੋਟ ਦਿਖ ਰਹੇ ਹਨ। ਦੇਖਣ ਨੂੰ ਨੋਟ ਸਮਾਨ ਲੱਗ ਰਹੇ ਹਨ ਪਰ 1 ਰੁਪਏ ਦਾ ਨੋਟ ਤੇ 50 ਰੁਪਏ ਦਾ ਨੋਟ ਸਮਾਨ ਨਹੀਂ ਹਨ। ਤਾਂ ਬੱਚਿਓ, ਉਹ ਆਕ੍ਰਿਤੀਆਂ ਜਿਨ੍ਹਾਂ ਦੇ ਆਕਾਰ ਸਮਾਨ ਹੋਣ ਪਰੰਤੂ ਮਾਪ ਸਮਾਨ ਨਾ ਹੋਣ, ਉਹਨਾਂ ਨੂੰ ਅਸੀਂ ਸਮਰੂਪ ਆਕ੍ਰਿਤੀਆਂ ਕਹਿੰਦੇ ਹਾਂ। ਜਿਵੇਂ ਕਿ ਪਿੱਛੇ ਅਸੀਂ ਉਦਾਹਰਨ 'ਚ ਦੇਖਿਆ ਸੀ ਕਿ ਜਿਹੜੇ ਦੋ ਕਲੌਕ ਸੀ ਉਹ ਇੱਕ ਦੂਜੇ ਨੂੰ ਪੂਰਾ ਨਹੀਂ ਢੱਕਦੇ ਸਨ, ਯਾਨੀ ਕਿ ਉਹਨਾਂ ਦਾ ਆਕਾਰ ਤਾਂ ਸਮਾਨ ਸੀ ਪਰ ਮਾਪ ਸਮਾਨ ਨਹੀਂ ਸੀ, ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਸਮਰੂਪ ਆਕ੍ਰਿਤੀਆਂ। ਪ੍ਰਤਿਨਿਧੀ ਭਿੰਨ ਜਾਂ ਸਕੇਲ ਗੁਣ। ਭੁਜਾਵਾਂ ਦੀ ਸਮਾਨ ਸੰਖਿਆ ਵਾਲੇ ਦੋ ਬਹੁਭੁਜ ਸਮਰੂਪ ਹੁੰਦੇ ਹਨ ਜੇਕਰ ਨੰਬਰ 1 ਉਹਨਾਂ ਦੇ ਸੰਗਤ ਕੋਣ ਬਰਾਬਰ ਹੋਣ, ਨੰਬਰ 2 ਉਹਨਾਂ ਦੀਆਂ ਸੰਗਤ ਭੁਜਾਵਾਂ ਸਮਾਨ ਅਨੁਪਾਤੀ ਹੋਣ। ਬਹੁਭੁਜ ਲਈ ਸੰਗਤ ਭੁਜਾਵਾਂ ਦੇ ਇਸ ਇੱਕ ਹੀ ਅਨੁਪਾਤ ਨੂੰ ਪ੍ਰਤਿਨਿਧੀ ਭਿੰਨ ਜਾਂ ਸਕੇਲ ਗੁਣ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਬੱਚੋ ਸੰਸਾਰ ਦਾ ਨਕਸ਼ਾ ਦੇਖਿਆ ਹੋਣਾ ਬਣਿਆ। ਸੰਸਾਰ ਬਹੁਤ ਵੱਡਾ ਹੈ, ਪਰ ਜਦੋਂ ਨਕਸ਼ਾ ਬਣਾਇਆ ਜਾਂਦਾ ਹੈ ਅਨੁਪਾਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਜੋ ਵੀ ਅਨੁਪਾਤ ਦੇ ਅਕੋਰਡਿੰਗ ਬਣਾਇਆ ਜਾਂਦਾ ਹੈ ਤਾਂ ਸਾਰੀਆਂ ਚੀਜ਼ਾਂ ਉਸ ਦੇ ਅਕੋਰਡਿੰਗ ਹੀ ਬਣਾਈਆਂ ਜਾਂਦੀਆਂ ਹਨ। ਜਿਵੇਂ ਭਾਰਤ ਹੈ, ਜੋ ਭਾਰਤ ਦਾ ਅਨੁਪਾਤ ਬਣਦਾ ਹੈ ਵਿਸ਼ਵ ਦੇ ਨਕਸ਼ੇ ਦੇ ਵਿੱਚ ਉਹਨੂੰ ਓਨੇ ਅਨੁਪਾਤ ਦੇ ਵਿੱਚ ਹੀ ਛੋਟਾ ਵੱਡਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਬਿਲਡਿੰਗ ਬਣਾਉਣ ਲੱਗਿਆਂ ਤੁਸੀਂ ਦੇਖਿਆ ਹੋਊਗਾ ਕਿ ਬਿਲਡਰ ਤੁਹਾਨੂੰ ਪਹਿਲਾਂ ਬਣੀ ਬਣਾਈ ਛੋਟੀ ਬਿਲਡਿੰਗ ਦਿਖਾਉਂਦੇ ਹਨ, ਉਸੇ ਤਰ੍ਹਾਂ ਦੀ ਹੀ ਵੱਡੀ ਬਿਲਡਿੰਗ ਬਣਾਉਂਦੇ ਹਨ। ਉਹ ਵੀ ਅਨੁਪਾਤ ਦਾ ਧਿਆਨ ਰੱਖਦੇ ਹਨ, ਉਸ ਦੇ ਹੀ ਨਾਲ ਅਨੁਸਾਰ ਚੱਲਦੇ ਹਨ। ਤਾਂ ਇਸ ਤਰ੍ਹਾਂ ਜੋ ਆਪਾਂ ਇਹ ਅਨੁਪਾਤ ਲੈ ਰਹੇ ਹਾਂ ਇਸ ਨੂੰ ਅਸੀਂ ਕੀ ਬੋਲਦੇ ਹਾਂ? ਪ੍ਰਤਿਨਿਧਿਤਵ ਭਿੰਨ ਬੋਲਦੇ ਹਾਂ। ਤ੍ਰਿਭੁਜਾਂ ਦੀ ਸਮਰੂਪਤਾ। ਦੋ ਤ੍ਰਿਭੁਜਾਂ ਸਮਰੂਪ ਹੁੰਦੀਆਂ ਹਨ ਜੇਕਰ ਉਹਨਾਂ ਦੇ ਸੰਗਤ ਕੋਣ ਬਰਾਬਰ ਹੋਣ ਅਤੇ ਉਹਨਾਂ ਦੀਆਂ ਸੰਗਤ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਹੋਣ। ਜੇਕਰ ਹੁਣ ਸਾਡੇ ਕੋਲ ABC ਅਤੇ DEF ਦੋ ਤ੍ਰਿਭੁਜਾਂ ਹਨ, ਅਸੀਂ ਕਹਿ ਰਹੇ ਹਾਂ ਕਿ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ DEF। ਤਾਂ ਬੱਚਿਓ, ਕੋਣ A ਕੋਣ D ਦੇ ਬਰਾਬਰ ਹੋਵੇਗਾ, ਕੋਣ B ਕੋਣ E ਦੇ ਬਰਾਬਰ ਹੋਵੇਗਾ ਅਤੇ ਕੋਣ C ਕੋਣ F ਦੇ ਬਰਾਬਰ ਹੋਵੇਗਾ। ਅਤੇ ਇਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ, ਜਿਵੇਂ ਕਿ ਸਾਡੇ ਕੋਲ ਪਹਿਲੀ ਤ੍ਰਿਭੁਜ ਵਿੱਚ ਸੰਗਤ ਭੁਜਾ AB ਤੇ ਦੂਜੀ ਤ੍ਰਿਭੁਜ ਦੇ ਵਿੱਚ ਸੰਗਤ ਭੁਜਾ DE। AB ਬਟੇ DE ਬਰਾਬਰ ਹੈ BC ਬਟੇ EF ਬਰਾਬਰ ਹੈ AC ਬਟੇ DF, ਯਾਨੀ ਕਿ ਇਹਨਾਂ ਦੀ ਸੰਗਤ ਭੁਜਾਵਾਂ ਦਾ ਜਿਹੜਾ ਅਨੁਪਾਤ ਹੈ ਉਹ ਬਰਾਬਰ ਹੋਵੇਗਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਦੋ ਤ੍ਰਿਭੁਜਾਂ ਸਮਰੂਪ ਹੁੰਦੀਆਂ ਹਨ
ਜੇਕਰ ਉਹਨਾਂ ਦੇ ਸੰਗਤ ਕੋਣ ਬਰਾਬਰ ਹੋਣ ਅਤੇ ਉਹਨਾਂ ਦੀਆਂ ਸੰਗਤ ਭੁਜਾਵਾਂ ਸਮਾਨ ਅਨੁਪਾਤੀ ਹੋਣ। ਬੱਚਿਓ, ਆਓ ਦੇਖੀਏ ਤ੍ਰਿਭੁਜਾਂ ਦੀ ਸਮਰੂਪਤਾ ਲਈ ਕਿਹੜੇ-ਕਿਹੜੇ ਮਾਪਦੰਡ ਜਾਂ ਕਸੌਟੀਆਂ ਹੋ ਸਕਦੇ ਹਨ। ਪਹਿਲਾ, AA ਜਾਂ ਕੋਣ-ਕੋਣ ਸਮਰੂਪਤਾ। ਦੂਸਰਾ, SSS ਭੁਜਾ 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 ਸਮਰੂਪਤਾ। ਤੀਸਰਾ, SAS ਭੁਜਾ ਕੋਣ ਭੁਜਾ ਸਮਰੂਪਤਾ। ਹੁਣ ਬੱਚਿਓ, ਕੌਣ-ਕੌਣ ਸਮਰੂਪਤਾ ਕੀ ਹੈ? ਜੇਕਰ ਸਾਡੇ ਕੋਲ MNO ਅਤੇ PQR ਸਾਡੇ ਕੋਲ ਦੋ ਤ੍ਰਿਭੁਜਾਂ ਹਨ ਜਿਹੜੀਆਂ ਸਮਰੂਪ ਹਨ, ਤਾਂ ਇਹ ਸਮਰੂਪ ਕਦੋਂ ਹੋਣਗੀਆਂ? ਅਗਰ ਸਾਡੇ ਕੋਲ ਕੋਣ N ਹੈ ਜਿਹੜਾ ਉਹ ਕੋਣ R ਦੇ ਬਰਾਬਰ ਹੋਵੇ, ਕੋਣ O ਹੈ ਜਿਹੜਾ ਉਹ ਕੋਣ P ਦੇ ਬਰਾਬਰ ਹੋਵੇ। ਤਾਂ ਅਸੀਂ ਉਰੇ ਕਹਿ ਸਕਦੇ ਹਾਂ ਕਿ ਕੋਣ-ਕੋਣ ਸਮਰੂਪਤਾ ਅਨੁਸਾਰ ਤ੍ਰਿਭੁਜ MNO ਸਮਰੂਪ ਹੈ ਤ੍ਰਿਭੁਜ QRP। ਇਸੇ ਤਰ੍ਹਾਂ SSS ਭੁਜਾ ਭੁਜਾ ਸਮਰੂਪਤਾ ਲਈ ਇੱਕ ਤ੍ਰਿਭੁਜ ABC ਇਹ ਲਈ ਤੇ ਦੂਸਰੀ ਤ੍ਰਿਭੁਜ DFE ਲਈ। ਤਾਂ ਇੱਥੇ ਬੱਚਿਓ AB 5 ਹੈ ਤੇ ਆਪਣੇ ਕੋਲ FD 4 ਹੈ, ਤਾਂ AB ਅਤੇ DF ਦਾ ਅਨੁਪਾਤ ਕੀ ਆ ਗਿਆ? 5:4। ਇਸੇ ਤਰ੍ਹਾਂ BC 12 ਹੈ ਅਤੇ EF 9.6 ਹੈ, ਤਾਂ ਇਸ ਦਾ ਅਨੁਪਾਤ ਜਦੋਂ ਕਰਕੇ ਦੇਖਿਆ ਗਿਆ ਅਤੇ ਕਟਿੰਗ ਕੀਤੀ ਗਈ ਤਾਂ ਇਹ ਵੀ ਸੇਮ ਜਿਵੇਂ ਪਹਿਲੇ ਦਾ 5/4 ਬਰਾਬਰ 1.25 ਆਇਆ। ਇਸੇ ਤਰ੍ਹਾਂ BC ਅਤੇ FE ਦਾ ਅਨੁਪਾਤ ਵੀ 1.25 ਆਇਆ। ਤਾਂ ਹੁਣ ਆਪਾਂ ਤੀਸਰੀਆਂ ਭੁਜਾਵਾਂ ਦਾ ਵੀ ਕਰਕੇ ਦੇਖਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ AC ਅਤੇ DE ਇਹਨਾਂ ਦਾ ਵੀ ਅਨੁਪਾਤ 1.25 ਆਇਆ। ਤਾਂ ਤਿੰਨੋਂ ਅਨੁਪਾਤ ਬਰਾਬਰ ਹੋ ਚੁੱਕੇ ਹਨ। ਤੇ ਅਸੀਂ ਸ਼ੁਰੂ 'ਚ ਹੀ ਕਿਹਾ ਸੀਗਾ ਜੇ ਤਿੰਨੇ ਸੰਗਤ ਭੁਜਾਵਾਂ ਸਮਾਨ ਅਨੁਪਾਤ 'ਚ ਹੋਣ ਤਾਂ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ DFE। ਇਸੇ ਤਰ੍ਹਾਂ ਸਾਡੇ ਕੋਲ ਤੀਜੀ ਕਸੌਟੀ ਹੈ SAS ਭੁਜਾ ਕੋਣ ਭੁਜਾ ਸਮਰੂਪਤਾ। ਜੇਕਰ ਸਾਡੇ ਕੋਲ ਤ੍ਰਿਭੁਜ GHI ਹੈ ਤੇ ਦੂਜੀ ਤ੍ਰਿਭੁਜ LJK ਹੈ। ਜੇਕਰ GH ਜਿਵੇਂ ਸਾਡੇ ਕੋਲ 5 ਦਿੱਤੀ ਹੋਈ ਹੈ ਤੇ LK ਸਾਡੇ ਕੋਲ 7.5 ਹੈ। ਜੇਕਰ ਅਸੀਂ ਇਹਨਾਂ ਦਾ ਅਨੁਪਾਤ ਦੇਖੀਏ ਤਾਂ ਸਾਡੇ ਕੋਲ 0.6 ਬਾਰ। ਬੱਚਿਓ, ਉਰੇ ਤੁਹਾਨੂੰ ਪਤਾ ਹੀ ਹੈ 0.6 ਬਾਰ ਦਾ ਮਤਲਬ 0.666। ਤੁਹਾਨੂੰ ਜਿਵੇਂ ਤੁਸੀਂ ਕੀਤਾ ਸੀਗਾ ਪਰਿਮੇਯ ਸੰਖਿਆਵਾਂ ਦਾ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਅਸ਼ਾਂਤ ਅਨਆਵਰਤੀ ਵੀ ਆਉਂਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਕੋਣ H ਹੈ ਜਿਹੜਾ ਉਹ 70 ਡਿਗਰੀ ਹੈ ਤੇ ਕੋਣ K ਹੈ ਉਹ ਵੀ 70 ਡਿਗਰੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕੋਣ H ਬਰਾਬਰ ਹੈ ਕੋਣ K। ਇਸੇ ਤਰ੍ਹਾਂ ਸਾਡੇ ਕੋਲ HI 7 ਹੈ ਤੇ JK 10.5 ਹੈ। ਜੇ ਇਹਨਾਂ ਦਾ ਅਨੁਪਾਤ ਦੇਖੀਏ ਤਾਂ ਉਹ ਵੀ ਸਾਡੇ ਕੋਲ 0.6 ਬਾਰ ਆਉਂਦਾ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਦੀਆਂ ਦੋ ਭੁਜਾਵਾਂ ਕੀ ਹਨ? ਸਮਾਨ ਅਨੁਪਾਤੀ ਹਨ ਤੇ ਉਹਨਾਂ ਦੇ ਵਿਚਕਾਰਲਾ ਕੋਣ ਕੀ ਹੈ? ਸਾਡੇ ਕੋਲ ਬਰਾਬਰ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ SAS ਨਿਯਮ ਅਨੁਸਾਰ ਤ੍ਰਿਭੁਜ GHI ਸਮਰੂਪ ਹੈ ਤ੍ਰਿਭੁਜ LKJ। ਆਓ ਬੱਚੋ ਇੱਕ ਹੋਰ ਇੰਪੋਰਟੈਂਟ ਥਿਊਰਮ ਕਰਦੇ ਹਾਂ, ਪਾਇਥਾਗੋਰਸ ਥਿਊਰਮ। ਤਾਂ ਇਸ ਥਿਊਰਮ ਦੇ ਅਨੁਸਾਰ ਇੱਕ ਸਮਕੋਣ ਤ੍ਰਿਭੁਜ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਬੱਚਿਓ, ਉਰੇ ਸਾਨੂੰ ਦਿੱਤਾ ਹੈ ਤ੍ਰਿਭੁਜ ABC ਜਿਸ ਵਿੱਚ ਸਾਡਾ ਕੋਣ ਹੈ ਜਿਹੜਾ B ਉਹ ਕੀ ਹੈ? ਸਮਕੋਣ ਹੈ। ਸਮਕੋਣ ਮੀਨਸ ਇਹ ਸਾਡੇ ਕੋਲ 90 ਡਿਗਰੀ ਦਾ ਹੈ। ਅਸੀਂ ਸਿੱਧ ਕਰਨਾ ਹੈ AC ਦਾ ਵਰਗ ਜੋ ਕਿ ਸਾਡਾ ਕਰਨ ਹੈ ਬਰਾਬਰ ਹੈ AB ਦਾ ਵਰਗ ਜਮਾ BC ਦਾ ਵਰਗ, ਯਾਨੀ ਕਿ ਸਮਕੋਣ ਤ੍ਰਿਭੁਜ ਦੇ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਆਓ ਅਸੀਂ ਰਚਨਾ ਕਰੀਏ। ਅਸੀਂ BD ਲੰਬ AC ਖਿੱਚਦੇ ਹਾਂ।
ਸਬੂਤ। ਹੁਣ ਬੱਚਿਓ ਸਾਡੇ ਕੋਲ ਜਿਹੜੀ ਤ੍ਰਿਭੁਜ ABC ਹੈ ਇਸ ਦੇ ਵਿੱਚ ਦੋ ਤ੍ਰਿਭੁਜਾਂ ਹੋਰ ਬਣ ਰਹੀਆਂ ਹਨ। ਕਿਹੜੀਆਂ? ਇੱਕ ਤਾਂ ADB ਤੇ ਇੱਕ BDC। ਆਓ ਅਸੀਂ ਸਭ ਤੋਂ ਪਹਿਲਾਂ ਤ੍ਰਿਭੁਜ ADB ਅਤੇ ਤ੍ਰਿਭੁਜ ABC ਵਿੱਚ ਦੇਖਦੇ ਹਾਂ ਕਿ ਕੋਣ A ਬਰਾਬਰ ਹੈ ਕੋਣ A, ਕਿਉਂਕਿ ਇਹ ਦੋਨਾਂ ਵਿੱਚ ਕੀ ਹੈ? ਸਾਂਝਾ ਕੋਣ ਹੈ। ਇਸੇ ਤਰ੍ਹਾਂ ਸਾਡੇ ਕੋਲ ਕੋਣ D ਬਰਾਬਰ ਹੈ ਕੋਣ B, ਇੱਕ ਸਾਡੇ ਕੋਲ 90 ਡਿਗਰੀ। ਹਰੇਕ ਕੋਣ ਕੀ ਹੈ? ਸਾਡੇ ਕੋਲ 90 ਡਿਗਰੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਤ੍ਰਿਭੁਜ ADB ਸਮਰੂਪ ਹੈ ਤ੍ਰਿਭੁਜ ABC। ਤਾਂ ਬੱਚਿਓ ਇਹ ਸਮਰੂਪਤਾ ਦੀ ਕਿਹੜੀ ਕਸੌਟੀ ਲੱਗੀ ਹੈ? ਸਾਡੇ ਕੋਲ AA ਸਮਰੂਪਤਾ। ਜੇ ਦੋ ਤ੍ਰਿਭੁਜਾਂ ਸਮਰੂਪ ਹਨ ਤਾਂ ਉਹਨਾਂ ਦੀਆਂ ਸੰਗਤ ਭੁਜਾਵਾਂ ਕੀ ਹੁੰਦੀਆਂ ਹਨ? ਸਮਾਨ ਅਨੁਪਾਤੀ। ਤਾਂ ਅਸੀਂ ਕਹਿ ਸਕਦੇ ਹਾਂ ਕਿ AD ਬਟੇ AB ਬਰਾਬਰ ਹੈ AB ਬਟੇ AC। ਜੇ ਅਸੀਂ ਇਹਨੂੰ ਹੱਲ ਕਰੀਏ ਤਾਂ ਸਾਡੇ ਕੋਲ ਕੀ ਆਉਂਦਾ ਹੈ? AD ਗੁਣਾ AC ਬਰਾਬਰ ਹੈ AB ਦਾ ਵਰਗ। ਇਸੇ ਤਰ੍ਹਾਂ ਅਸੀਂ ਤ੍ਰਿਭੁਜ CDB ਅਤੇ ਤ੍ਰਿਭੁਜ CBA ਲੈਂਦੇ ਹਾਂ। ਇਹਨਾਂ ਦੋਨੇ ਤ੍ਰਿਭੁਜਾਂ ਦੇ ਵਿੱਚ ਫਿਰ ਕੀ ਹੈ? ਸਾਡੇ ਕੋਲ ਕੋਣ C ਬਰਾਬਰ ਹੈ ਕੋਣ C, ਕੋਣ D ਬਰਾਬਰ ਹੈ ਕੋਣ B, ਹਰੇਕ 90 ਡਿਗਰੀ। ਤਾਂ ਅਸੀਂ ਕਹਿ ਸਕਦੇ ਹਾਂ ਕਿ AA ਸਮਰੂਪਤਾ ਦੀ ਕਸੌਟੀ ਅਨੁਸਾਰ ਸਾਡੇ ਕੋਲ ਤ੍ਰਿਭੁਜ CDB ਸਮਰੂਪ ਹੈ ਤ੍ਰਿਭੁਜ CBA। ਜੇਕਰ ਇਹ ਤ੍ਰਿਭੁਜਾਂ ਸਮਰੂਪ ਹਨ ਤਾਂ ਇਹਨਾਂ ਦੀਆਂ ਵੀ ਸੰਗਤ ਭੁਜਾਵਾਂ ਕੀ ਹੋਣਗੀਆਂ? ਸਮਾਨ ਅਨੁਪਾਤੀ। ਤਾਂ DC ਬਟੇ BC ਬਰਾਬਰ ਹੈ ਸਾਡੇ ਕੋਲ BC ਬਟੇ AC। ਤੇ ਇਹਨੂੰ ਅਸੀਂ ਅਗਰ ਹੱਲ ਕਰਦੇ ਹਾਂ ਤਾਂ DC ਗੁਣਾ AC ਬਰਾਬਰ ਹੈ BC ਦਾ ਵਰਗ। ਇਹ ਸਮੀਕਰਨ 2 ਹੈ ਸਾਡੀ। ਜੇਕਰ ਅਸੀਂ ਸਮੀਕਰਨ 1 ਅਤੇ 2 ਨੂੰ ਜੋੜਦੇ ਹਾਂ ਤਾਂ ਅਸੀਂ ਕੀ ਪ੍ਰਾਪਤ ਕਰਦੇ ਹਾਂ? AD ਗੁਣਾ AC ਜਮਾ DC ਗੁਣਾ AC ਬਰਾਬਰ ਹੈ AB ਦਾ ਵਰਗ ਜਮਾ BC ਦਾ ਵਰਗ। ਹੁਣ ਖੱਬੇ ਪਾਸੇ ਨੂੰ ਅਸੀਂ ਥੋੜਾ ਹੋਰ ਹੱਲ ਕਰਦੇ ਹਾਂ। ਇਹਨਾਂ ਦੋਨਾਂ ਵਿੱਚ ਸਾਡੇ ਕੋਲ ਕੀ ਸਾਂਝਾ ਹੈ? AC। ਅਗਰ ਅਸੀਂ AC ਸਾਂਝਾ ਕੱਢ ਲੈਂਦੇ ਹਾਂ ਤਾਂ ਸਾਡੇ ਕੋਲ ਬ੍ਰੈਕਟ ਦੇ ਵਿੱਚ ਕੀ ਆਉਂਦਾ ਹੈ? AD ਜਮਾ DC। ਹੁਣ ਤੁਸੀਂ ਦੱਸ ਸਕਦੇ ਹੋ ਕਿ AD ਵਿੱਚ ਅਗਰ ਅਸੀਂ DC ਜੋੜਦੇ ਹਾਂ ਤਾਂ ਸਾਨੂੰ ਕਿਹੜੀ ਭੁਜਾ ਪ੍ਰਾਪਤ ਹੁੰਦੀ ਹੈ? AC। ਤਾਂ AC ਗੁਣਾ AC ਸਾਡੇ ਕੋਲ ਕੀ ਆ ਜਾਂਦਾ ਹੈ? AC ਦਾ ਵਰਗ। ਤਾਂ ਅਸੀਂ ਕਹਿ ਸਕਦੇ ਹਾਂ ਕਿ AC ਦਾ ਵਰਗ ਬਰਾਬਰ ਹੈ AB ਦਾ ਵਰਗ ਜਮਾ BC ਦਾ ਵਰਗ। ਯਾਨੀ ਕਿ ਇੱਕ ਸਮਕੋਣ ਤ੍ਰਿਭੁਜ ਦੇ ਵਿੱਚ ਕਰਨ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ, ਜਿਸ ਨੂੰ ਅਸੀਂ ਪਾਇਥਾਗੋਰਸ ਪ੍ਰਮੇय ਆਖਦੇ ਹਾਂ। ਬੇਸਿਕ ਪ੍ਰੋਪੋਰਸ਼ਨੈਲਿਟੀ ਥਿਓਰਮ। ਤਾਂ ਬੱਚਿਓ, ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਆਓ ਇਸ ਨੂੰ ਪ੍ਰੂਵ ਕਰਕੇ ਦੇਖੀਏ। ਸਾਨੂੰ ਇੱਕ ਤ੍ਰਿਭੁਜ ABC ਦਿੱਤੀ ਹੋਈ ਹੈ, ਜਿਸ ਵਿੱਚ ਭੁਜਾ BC ਦੇ ਸਮਾਂਤਰ ਖਿੱਚੀ ਗਈ ਰੇਖਾ ਬਾਕੀ ਦੋ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ D ਅਤੇ E ਉੱਤੇ ਕੱਟਦੀ ਹੈ। ਬੱਚਿਓ, ਅਸੀਂ ਔਰ ਇਹ ਸਿੱਧ ਕਰਨਾ ਹੈ AD ਬਟੇ DB ਬਰਾਬਰ ਹੈ AE ਬਟੇ EC। ਇਸ ਥਿਊਰਮ ਨੂੰ ਸਿੱਧ ਕਰਨ ਲਈ ਅਸੀਂ ਕੁਝ ਰਚਨਾਵਾਂ ਕਰਦੇ ਹਾਂ। ਅਸੀਂ ਕੀ ਕਰਦੇ ਹਾਂ? B ਅਤੇ E ਨੂੰ ਮਿਲਾਉਂਦੇ ਹਾਂ, ਇੱਕ C ਅਤੇ D ਨੂੰ ਮਿਲਾਉਂਦੇ ਹਾਂ, DM ਲੰਬ AC ਅਤੇ EN ਲੰਬ AB ਖਿੱਚਦੇ ਹਾਂ। ਹੁਣ ਅਸੀਂ ਸਿੱਧ ਕਰਨਾ ਹੈ ਕਿ ਸਾਡੀਆਂ ਜਿਹੜੀਆਂ ਭੁਜਾਵਾਂ ਹਨ ਉਹ ਸਮਾਨ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਤਾਂ ਬੱਚਿਓ, ਅਸੀਂ ਹੁਣ ਤ੍ਰਿਭੁਜ ADE ਅਤੇ ਤ੍ਰਿਭੁਜ DBE ਲੈਂਦੇ ਹਾਂ।
ਤਾਂ ਇਸ ਦੇ ਵਿੱਚ ਅਸੀਂ ਲਿਖਦੇ ਹਾਂ ਖੇਤਰਫਲ ਤ੍ਰਿਭੁਜ ADE ਬਟੇ ਖੇਤਰਫਲ ਤ੍ਰਿਭੁਜ BDE ਬਰਾਬਰ ਹੈ। ਸਾਨੂੰ ਪਤਾ ਹੈ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਉਹ 1/2 ਆਧਾਰ ਗੁਣਾ ਸਿਖਰ ਲੰਬ ਹੁੰਦਾ ਹੈ। ਇਸ ਲਈ ਸਾਡੇ ਕੋਲ ਤ੍ਰਿਭੁਜ ADE ਦਾ ਜਿਹੜਾ ਖੇਤਰਫਲ ਹੈ 1/2 AD ਗੁਣਾ EN ਹੈ ਅਤੇ ਇਸੇ ਤਰ੍ਹਾਂ ਤ੍ਰਿਭੁਜ BDE ਦਾ ਜਿਹੜਾ ਖੇਤਰਫਲ ਹੈ 1/2 DB ਗੁਣਾ EN ਹੈ। ਤਾਂ ਸਾਡੇ ਕੋਲ ਆ ਜਾਂਦਾ ਹੈ AD/DB। ਇਹ ਸਾਡੇ ਕੋਲ ਸਮੀਕਰਨ 1 ਹੈ। ਇਸੇ ਤਰ੍ਹਾਂ ਤ੍ਰਿਭੁਜ ADE ਅਤੇ ਤ੍ਰਿਭੁਜ BEC ਵਿੱਚ ਏਰੀਆ ਤ੍ਰਿਭੁਜ ADE ਬਟੇ ਏਰੀਆ ਤ੍ਰਿਭੁਜ DEC ਬਰਾਬਰ ਹੈ 1/2 AE ਗੁਣਾ DM ਬਟੇ 1/2 EC ਗੁਣਾ DM ਤੇ ਸਾਨੂੰ ਪ੍ਰਾਪਤ ਹੁੰਦਾ ਹੈ AE ਬਟੇ EC। ਇਹ ਸਮੀਕਰਨ ਸਾਡੇ ਕੋਲ 2 ਹੈ। ਬੱਚਿਓ ਹੁਣ ਅਗਰ ਅਸੀਂ ਦੇਖੀਏ ਤ੍ਰਿਭੁਜ BDE ਅਤੇ ਤ੍ਰਿਭੁਜ DEC ਨੂੰ, ਇਹ ਇੱਕੋ ਆਧਾਰ ਅਤੇ ਦੋ ਸਮਾਨਾਂਤਰ ਰੇਖਾਵਾਂ BC ਅਤੇ DE ਦੇ ਸਮਾਨਾਂਤਰ ਬਣੀਆਂ ਹੋਈਆਂ ਹਨ। ਤਾਂ ਇਸ ਦਾ ਮਤਲਬ ਸਾਡੇ ਕੋਲ ਇਹਨਾਂ ਦੋਨਾਂ ਤ੍ਰਿਭੁਜਾਂ ਦੇ ਜਿਹੜੇ ਖੇਤਰਫਲ ਹਨ ਇਹ ਕੀ ਹੋਣਗੇ? ਬਰਾਬਰ, ਕਿਉਂਕਿ ਦੋ ਸਮਾਨਾਂਤਰ ਭੁਜਾਵਾਂ ਦੇ ਵਿਚਕਾਰ ਇੱਕੋ ਆਧਾਰ ਤੇ ਬਣੀਆਂ ਤ੍ਰਿਭੁਜਾਂ ਦੇ ਖੇਤਰਫਲ ਕੀ ਹੁੰਦੇ ਹਨ? ਸਮਾਨ ਹੁੰਦੇ ਹਨ। ਜੇਕਰ ਇਹਨਾਂ ਦੇ ਖੇਤਰਫਲ ਸਮਾਨ ਹੋ ਗਏ ਤਾਂ ਸਮੀਕਰਨ 1 ਅਤੇ 2 ਤੋਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਖੱਬੇ ਪਾਸੇ ਹਨ ਉਹ ਬਰਾਬਰ ਹਨ। ਇਸ ਲਈ ਸੱਜੇ ਪਾਸੇ ਵੀ ਕੀ ਹੋਣਗੇ? ਬਰਾਬਰ ਹੋਣਗੇ। ਇਸ ਲਈ AD/DB ਬਰਾਬਰ ਹੈ AE/EC। ਇਹ ਸਾਡੀ ਥਿਊਰਮ ਦਾ ਜਿਹੜਾ ਸੀ ਪ੍ਰੂਫ ਸੀ। ਆਓ ਬੱਚਿਓ ਇੱਕ ਹੋਰ ਥਿਊਰਮ ਕਰਦੇ ਹਾਂ ਕਿ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਹੁੰਦਾ ਹੈ। ਦੋ ਤ੍ਰਿਭੁਜਾਂ ABC ਅਤੇ PQR ਇਸ ਤਰ੍ਹਾਂ ਹਨ ਕਿ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ PQR। ਬੱਚਿਓ ਅਸੀਂ ਸਿੱਧ ਕਰਨਾ ਹੈ ਏਰੀਆ ਤ੍ਰਿਭੁਜ ABC ਬਟੇ ਏਰੀਆ ਤ੍ਰਿਭੁਜ PQR ਬਰਾਬਰ ਹੈ AB ਬਟੇ PQ ਦਾ ਵਰਗ ਬਰਾਬਰ ਹੈ AC ਬਟੇ PR ਦਾ ਵਰਗ ਬਰਾਬਰ ਹੈ BC ਬਟੇ QR ਦਾ ਵਰਗ। ਬੱਚਿਓ ਅਸੀਂ ਰਚਨਾ ਕਰਦੇ ਹਾਂ AM ਲੰਬ BC ਅਤੇ PN ਲੰਬ QR ਖਿੱਚੋ। ਹੁਣ ਬੱਚਿਓ ਏਰੀਆ ਤ੍ਰਿਭੁਜ ABC ਬਟੇ ਏਰੀਆ ਤ੍ਰਿਭੁਜ PQR ਬਰਾਬਰ ਹੈ, ਅਸੀਂ ਕੀਤਾ ਹੈ ਕਿ ਤ੍ਰਿਭੁਜ ਦਾ ਏਰੀਆ 1/2 ਆਧਾਰ ਗੁਣਾ ਸਿਖਰ ਲੰਬ ਹੁੰਦਾ ਹੈ। ਇਸ ਲਈ ਤ੍ਰਿਭੁਜ ABC ਦਾ ਖੇਤਰਫਲ ਕੀ ਆਵੇਗਾ? ਸਾਡੇ ਕੋਲ 1/2 BC ਗੁਣਾ AM। ਇਸੇ ਤਰ੍ਹਾਂ ਤ੍ਰਿਭੁਜ PQR ਦਾ ਖੇਤਰਫਲ 1/2 QR ਗੁਣਾ PN ਜਿਹੜਾ ਸਾਡੇ ਕੋਲ ਬਰਾਬਰ ਆ ਜਾਂਦਾ ਹੈ BC ਬਟੇ QR ਗੁਣਾ AM ਬਟੇ PN। ਇਹ ਸਾਡੇ ਕੋਲ ਸਮੀਕਰਨ ਕੀ ਹੈ? 1 ਹੈ। ਹੁਣ ਤ੍ਰਿਭੁਜ ABM ਅਤੇ ਤ੍ਰਿਭੁਜ PQN ਵਿੱਚ ਕੌਣ B ਹੈ ਬੱਚਿਓ? ਕੌਣ Q ਦੇ ਬਰਾਬਰ ਹੈ। ਕਿਉਂ ਬਰਾਬਰ ਹੈ? ਕਿਉਂਕਿ ਇਹ ਸੰਗਤ ਕੌਣ ਹਨ। ਇਸੇ ਤਰ੍ਹਾਂ ਕੌਣ M ਬਰਾਬਰ ਹੈ ਕੌਣ N। ਇਹ ਦੋਨੋਂ ਕੀ ਹਨ? 90 ਡਿਗਰੀ ਦੇ। ਇਸ ਲਈ ਅਸੀਂ ਕਹਿ ਸਕਦੇ ਹਾਂ AA ਸਮਰੂਪਤਾ ਨਿਯਮ ਅਨੁਸਾਰ ਤ੍ਰਿਭੁਜ ABM ਸਮਰੂਪ ਹੈ ਤ੍ਰਿਭੁਜ PQN। ਜੇ ਸਾਡੀਆਂ ਇਹ ਤ੍ਰਿਭੁਜਾਂ ਸਮਰੂਪ ਹਨ ਤਾਂ ਇਹਨਾਂ ਦੀਆਂ ਸੰਗਤ ਭੁਜਾਵਾਂ ਕੀ ਹੋਣਗੀਆਂ? ਸਮਾਨ ਅਨੁਪਾਤੀ, ਯਾਨੀ ਕਿ AB ਬਟੇ PQ ਬਰਾਬਰ ਹੈ AM ਬਟੇ PN। ਇਸੇ ਤਰ੍ਹਾਂ ਸਾਡੇ ਕੋਲ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ PQR। ਇਹ ਸਾਨੂੰ ਦਿੱਤਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ AB ਬਟੇ PQ ਬਰਾਬਰ ਹੈ AC ਬਟੇ PR ਬਰਾਬਰ ਹੈ BC ਬਟੇ QR। ਹੁਣ ਜੇਕਰ ਅਸੀਂ ਸਮੀਕਰਨ 1 ਨੂੰ ਦੇਖੀਏ ਤਾਂ ਸਾਡੇ ਕੋਲ BC ਬਟੇ QR ਹੈ ਜਿਹੜਾ ਉਹ ਵੀ AB ਬਟੇ PQ ਦੇ ਬਰਾਬਰ ਹੈ। ਇਸੇ ਤਰ੍ਹਾਂ AM ਬਟੇ PN ਹੈ ਜਿਹੜਾ ਉਹ ਵੀ AB ਬਟੇ PQ ਦੇ ਬਰਾਬਰ ਹੈ।
ਤਾਂ ਅਸੀਂ ਕਹਿ ਸਕਦੇ ਹਾਂ ਕਿ ਏਰੀਆ ਤ੍ਰਿਭੁਜ ABC ਬਟੇ ਏਰੀਆ ਤ੍ਰਿਭੁਜ PQR ਬਰਾਬਰ ਹੈ AB ਬਟੇ PQ ਦਾ ਵਰਗ। ਇਸੇ ਤਰ੍ਹਾਂ ਅਸੀਂ ਬਾਕੀ ਦੋ ਭੁਜਾਵਾਂ ਲਈ ਵੀ ਇਹ ਸਿੱਧ ਕਰ ਸਕਦੇ ਹਾਂ ਕਿ ਏਰੀਆ ਤ੍ਰਿਭੁਜ ABC ਬਟੇ ਏਰੀਆ ਤ੍ਰਿਭੁਜ PQR ਬਰਾਬਰ ਹੈ AB ਬਟੇ PQ ਦਾ ਵਰਗ ਬਰਾਬਰ ਹੈ AC ਬਟੇ PR ਦਾ ਵਰਗ ਬਰਾਬਰ ਹੈ BC ਬਟੇ QR ਦਾ ਵਰਗ। ਯਾਨੀ ਕਿ ਜੇਕਰ ਦੋ ਤ੍ਰਿਭੁਜਾਂ ਸਮਰੂਪ ਹਨ ਤਾਂ ਉਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗਾਂ ਦੇ ਬਰਾਬਰ ਹੋਵੇਗਾ।